ਗੁਰਬਾਣੀ ਦੇ ਵਿੱਚ ਉਦਾਹਰਨਾਂ ਸੰਤਾਂ, ਮਹਾਂਪੁਰਸ਼ਾਂ, ਪਵਿੱਤਰ ਜੀਵਨ ਵਾਲਿਆਂ ਦੀਆਂ ਦਿੱਤੀਆਂ ਗਈਆਂ ਨੇ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਵਿੱਚ ਜਿਨ੍ਹਾਂ ਪਵਿੱਤਰ ਰੂਹਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਨੇ, ਸਾਨੂੰ ਉਹਨਾਂ ਦੀ ਸਿੱਖਿਆ ਉੱਪਰ ਹੀ ਅਸਰ ਕਰਨਾ ਚਾਹੀਦਾ ਹੈ। ਫਲਾਨਾ ਬੰਦਾ ਕੀ ਕਹਿ ਰਿਹਾ ਹੈ, ਫਲਾਨਾ ਵਿਦਵਾਨ ਕੀ ਕਹਿ ਰਿਹਾ ਹੈ, ਇਹਨਾਂ ਗੱਲਾਂ ਨੂੰ ਸੁਣਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਉਸ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਉਸ ਦੀ ਕਮਾਈ ਕਿਸ ਤਰ੍ਹਾਂ ਦੀ ਹੈ। ਆਪ ਜੀ ਹੈਰਾਨ ਹੋਵੋਗੇ, ਪੁਰਾਣੇ ਸਮੇਂ ਜਦੋਂ ਉਦਾਹਰਨ ਕਿਸੇ ਦੀ ਲਈ ਜਾਂਦੀ ਸੀ ਤਾਂ ਉਦਾਹਰਣ ਉਸ ਪੁਰਖ ਦੀ ਮੰਨੀ ਜਾਂਦੀ ਸੀ ਜਿਹਨੇ ਕੁਝ ਧਰਮ ਵਾਸਤੇ, ਕੌਮ ਵਾਸਤੇ ਕੁਰਬਾਨੀ ਕੀਤੀ ਹੋਵੇ। ਅਸੀਂ ਅੱਜ ਕੱਲ੍ਹ ਉਹਨਾਂ ਲੋਕਾਂ ਦੀ ਮੰਨਦੇ ਪਏ ਹਾਂ, ਸੁਣਦੇ ਪਏ ਹਾਂ ਜਿਨ੍ਹਾਂ ਨੇ ਧਰਮ ਨੂੰ ਲੁੱਟਿਆ ਜ਼ਰੂਰ ਹੈ, ਪਰ ਧਰਮ ਵਾਸਤੇ ਅਜੇ ਤੱਕ ਤਾਂ ਕੁਝ ਕਰਕੇ ਦਿਖਾਇਆ ਨਹੀਂ। ਨਾ ਧਰਮ ਵਾਸਤੇ, ਨਾ ਕੌਮ ਵਾਸਤੇ, ਨਾ ਆਪਣੀ ਪਰਸਨਲ ਲਾਈਫ ਦੇ ਵਿੱਚ ਬੰਦਗੀ ਕਰਕੇ ਕੁਝ ਕਰਕੇ ਦਿਖਾਇਆ ਹੈ। ਇਸ ਕਰਕੇ ਜੇ ਕਿਸੇ ਨੂੰ ਪੜ੍ਹਨਾ ਹੋਵੇ, ਸੁਣਨਾ ਹੋਵੇ, ਮੰਨਣਾ ਹੋਵੇ ਤਾਂ ਗੁਰਬਾਣੀ ਅਨੁਸਾਰ ਸਾਨੂੰ ਮਹਾਂਪੁਰਸ਼ ਨਾਮ ਰਸੀਏ, ਸੇਵਾ ਸਿਮਰਨ ਦੇ ਪੁੰਜ, ਗੁਰੂ ਸਾਹਿਬ, ਇਹਨਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਜੇ ਕਿਸੇ ਬੰਦੇ ਦੀ ਗਵਾਹੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਉਹ ਇੱਕ ਸ਼ਬਦ ਵਰਤਦੇ ਨੇ, ਆਪਤ ਲੋਕ, ਵੀ ਗਵਾਹੀ ਕਿਸ ਦੀ ਮੰਨੀ ਜਾ ਸਕਦੀ ਹੈ? ਜਿਹੜਾ ਆਪਤ ਵਕਤਾ ਹੋਵੇ। ਆਪਤ ਦਾ ਭਾਵ ਹੁੰਦਾ ਹੈ ਜਿਹੜਾ ਜੋ ਦੇਖੇ ਉਹ ਬੋਲੇ, ਸੱਚ ਦੇਖੇ ਸੱਚ ਬੋਲੇ। ਦੂਸਰਾ ਸ਼ਬਦ ਵਰਤਿਆ ਜਾਂਦਾ ਵੰਚਕ। ਵੰਚਕ ਕਹਿੰਦੇ ਠੱਗ ਨੂੰ। ਜਿਹੜਾ ਠੱਗ ਹੁੰਦਾ ਹੈ ਉਹਦੀ ਗਵਾਹੀ ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਪ੍ਰਵਾਨ ਨਹੀਂ ਕਰਨੀ ਚਾਹੀਦੀ। ਉਹ ਧੋਖਾ ਕਰ ਰਿਹਾ ਹੈ, ਠੱਗੀ ਮਾਰ ਰਿਹਾ ਹੈ। ਅੱਜ ਕੱਲ੍ਹ ਵੀ ਇਹ ਬੜਾ ਚੱਲ ਰਿਹਾ ਹੈ ਜੀ ਕਿ ਕਿਹੜਾ ਸ਼ਬਦ ਪੜ੍ਹਿਆ ਦੁੱਖ ਕੱਟਿਆ ਜਾਂਦਾ ਹੈ, ਕਿਹੜੇ ਸ਼ਬਦ ਨਾਲ ਕਿਹੜੀ ਪ੍ਰਾਪਤੀ ਹੁੰਦੀ ਹੈ। ਤਾਂ ਸਾਨੂੰ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਦੇਖਣਾ ਚਾਹੀਦਾ ਹੈ ਕਿ ਸੱਚ ਕੌਣ ਬੋਲਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੈ ਆਖੀ। ਨਹੀਂ ਲੇਵ ਤਿਸ ਪੁੰਨ ਨਾ ਪਾਪ, ਨਾਨਕਾ ਪ੍ਰਭ ਆਪੇ ਆਪ। ਮਹਾਤਮਾ ਸੰਤ ਜਿਹੜੇ ਨੇ ਗੁਰਬਾਣੀ ਮੁਤਾਬਕ ਸੱਚੀ ਗੱਲ ਕਰਦੇ ਨੇ ਤੇ ਸਹੀ ਕਰਦੇ ਨੇ। ਉਹਨਾਂ ਦੀ ਆਖੀ ਹੋਈ ਗੱਲ ਨੂੰ ਸੁਣਨਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ ਤੇ ਉਹਨਾਂ ਦੇ ਜੀਵਨ ਨੂੰ ਪੜ੍ਹਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ, ਸੁਣ ਸਾਖੀ ਮਨ ਜਪ ਪਿਆਰ। ਤਾਂ ਬੇਨਤੀ ਹੈ ਵੀ ਅੱਜ ਕੱਲ੍ਹ ਪੜ੍ਹਨ ਵਾਸਤੇ ਬੜਾ ਕੁਝ ਹੈ, ਪਰ ਸਾਨੂੰ ਪੜ੍ਹਨਾ ਕੀ ਚਾਹੀਦਾ ਹੈ? ਇਤਿਹਾਸ ਪੜ੍ਹਨਾ ਹੈ ਤਾਂ ਉਹਨਾਂ ਮਹਾਂਪੁਰਖਾਂ ਦਾ, ਗੁਰਮੁਖਾਂ ਯੋਧਿਆਂ ਦਾ ਨਾਮ, ਜਿਨ੍ਹਾਂ ਦਾ ਇਤਿਹਾਸ ਅੰਦਰ ਬੜੇ ਸਤਿਕਾਰ ਨਾਲ ਲਿਖਿਆ ਮਿਲਦਾ ਹੈ, ਜਿਨ੍ਹਾਂ ਨੇ ਪੰਥ ਲਈ ਕੁਝ ਕੀਤਾ ਹੈ, ਜਿਨ੍ਹਾਂ ਨੇ ਸੇਵਾ ਕੀਤੀ, ਗੁਰਮਤਿ ਪ੍ਰਚਾਰ ਪ੍ਰਸਾਰ ਕੀਤਾ, ਅੰਮ੍ਰਿਤ ਛਕਾਇਆ, ਧਰਮ ਯੁੱਧ ਲੜੇ, ਕਮਾਈਆਂ ਕੀਤੀਆਂ, ਗੁਰਮਤਿ 'ਤੇ ਪਹਿਰਾ ਦਿੱਤਾ। ਉਹਨਾਂ ਦਾ ਹੀ ਇਤਿਹਾਸ ਸਾਨੂੰ ਪੜ੍ਹਨਾ ਚਾਹੀਦਾ ਹੈ, ਉਹਨਾਂ ਦੀ ਹੀ ਗਵਾਹੀ ਸਾਨੂੰ ਮੰਨਣੀ ਚਾਹੀਦੀ ਹੈ, ਬਲਕਿ ਹੋਰ ਕਿਸੇ ਦੀ ਨਹੀਂ। ਜਿਵੇਂ ਧੰਨ ਭਾਈ ਮਨੀ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਭਾਈ ਤਾਰੂ ਸਿੰਘ ਜੀ, ਧੰਨ ਭਾਈ ਸ਼ਾਹਬਾਜ਼ ਸਿੰਘ ਜੀ। ਹੁਣ ਜੇ ਕੱਲ੍ਹ ਨੂੰ ਕਿਸੇ ਗਵਾਹੀ ਨੂੰ ਮੰਨਣ ਦੀ ਲੋੜ ਆ ਜਾਵੇ ਤਾਂ ਆਪਾਂ ਕਹਾਂਗੇ ਕਿ ਭਾਈ ਮਨੀ ਸਿੰਘ ਜੀ ਨੇ ਇਹ ਗੱਲ ਮੰਨੀ ਹੈ ਕਿ ਨਹੀਂ ਮੰਨੀ, ਬਾਬਾ ਦੀਪ ਸਿੰਘ ਜੀ ਨੇ ਇਹ ਗੱਲ ਮੰਨੀ ਹੈ ਕਿ ਨਹੀਂ ਮੰਨੀ ਹੈ। ਅੱਜ ਕੱਲ੍ਹ ਵੀ ਬੜਾ ਚੱਲ ਰਿਹਾ ਹੈ ਜੀ, ਆਹ ਜਾਪ ਕਰੋ, ਉਹ ਜਾਪ ਕਰੋ, ਪਰ ਜਿਹੜੇ ਦੱਸ ਰਹੇ ਨੇ ਉਹਨਾਂ ਬਾਰੇ ਦੇਖਣਾ ਚਾਹੀਦਾ ਹੈ ਕਿ ਉਹਨਾਂ
ਦੱਸਣ ਵਾਲਿਆਂ ਦੀ ਕਿੰਨੀ ਕਮਾਈ ਹੈ, ਕਿੰਨੀ ਸੇਵਾ ਹੈ, ਉਹਨਾਂ ਪੰਥ ਵਾਸਤੇ ਕੀ ਕੀਤਾ ਹੈ, ਪੰਥ ਦੇ ਵਿੱਚ ਪ੍ਰਵਾਨ ਹਨ ਕਿ ਨਹੀਂ ਪ੍ਰਵਾਨ। ਜੋ ਸਾਨੂੰ ਸੁਣਨ ਦੇ ਵਿੱਚ ਮਿਲਿਆ ਹੈ ਕਿ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਮਹਾਂਪੁਰਸ਼ ਹੋਏ ਨੇ, ਉਹਨਾਂ ਨੂੰ ਜੇ ਕੋਈ ਸੱਜਣ ਪੁੱਛਦਾ ਸੀ ਕਿ ਮਹਾਰਾਜ ਇਹ ਦੁੱਖ ਹੈ, ਇਹ ਤਕਲੀਫ ਹੈ, ਇਹ ਇੱਛਾ ਪੂਰੀ ਨਹੀਂ ਹੁੰਦੀ, ਤਾਂ ਉਹ ਮਹਾਂਪੁਰਖ ਉਹਨਾਂ ਪੁੱਛਣ ਵਾਲੇ ਪ੍ਰੇਮੀਆਂ ਨੂੰ ਜਪਜੀ ਸਾਹਿਬ ਦਾ ਪਾਠ ਕਹਿੰਦੇ ਪਈ ਤੁਸੀਂ ਕਰਿਆ ਕਰੋ, ਚੌਪਈ ਸਾਹਿਬ ਦੇ ਪਾਠ ਕਰਿਆ ਕਰੋ, ਜਾਂ ਮੂਲ ਮੰਤਰ ਦਾ ਜਾਪ ਕਰਿਆ ਕਰੋ, ਜਾਂ ਸੁਖਮਨੀ ਸਾਹਿਬ ਦਾ ਜਾਪ ਕਰਿਆ ਕਰੋ, ਅਕਾਲ ਉਸਤਤ ਦੇ ਜਾਪ ਕਰੋ, ਘਰ 'ਚ ਕੋਈ ਦੁੱਖ ਕਲੇਸ਼ ਹੈ ਚੰਡੀ ਦੀ ਵਾਰ ਦੇ ਪਾਠ ਕਰੋ। ਪਰ ਜਿਹੜੇ ਅੱਜ ਕੱਲ੍ਹ ਲੋਕ ਨੇ ਇਹ ਤਾਂ ਹੋਰ ਹੀ ਸੰਗਤਾਂ ਨੂੰ ਮੰਤਰਾਂ ਵਿੱਚ, ਜਾਦੂ ਟੂਣਿਆਂ ਦੇ ਵਿੱਚ ਜੋੜੀ ਜਾ ਰਹੇ ਨੇ, ਜਿਨ੍ਹਾਂ ਨਾਲ ਗੁਰਮਤਿ ਦਾ ਕੋਈ ਸੰਬੰਧ ਨਹੀਂ। 20ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਹੁਣ ਇਸ ਸਮੇਂ ਦੇ ਵਿੱਚ ਉਹਨਾਂ ਤੋਂ ਵੱਡਾ ਕੋਈ ਵੀ ਸਰਬ ਪ੍ਰਵਾਨਿਤ ਸੰਤ ਅਤੇ ਜਰਨੈਲ ਸਿੱਖ ਕੌਮ ਦੇ ਵਿੱਚ ਮੌਜੂਦਾ ਸਮੇਂ ਵਿੱਚ ਨਹੀਂ। ਅੱਜ ਕੋਈ ਵੀ ਗੱਲ ਹੋਵੇ ਸੰਤਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਵਰਗਾ ਸੰਤ ਨਹੀਂ। ਤਾਂ ਮੇਰੇ ਮਨ ਦੇ ਵਿੱਚ ਆਉਂਦਾ ਪਿਆ ਸੀ ਕਿ ਮਹਾਂਪੁਰਸ਼ ਦੁੱਖ ਤਕਲੀਫ ਵੇਲੇ ਕਿਹੜੇ ਸ਼ਬਦਾਂ ਜਾਪ ਕਰਦੇ ਸੀ, ਸਾਨੂੰ ਉਹੀ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ, ਕਿਉਂਕਿ ਉਹਨਾਂ ਧਰਮ ਦੀ ਖਾਤਰ ਆਪਣਾ ਅਸੀਸ ਦਿੱਤਾ ਹੈ ਅਤੇ ਉਹਨਾਂ ਦੀ ਕੋਈ ਕੁਰਬਾਨੀ ਜਿਹੜੀ ਹੈ ਉਹ ਲੁਕੀ ਛਿਪੀ ਹੋਈ ਨਹੀਂ। ਤਾਂ ਪਤਾ ਲੱਗਾ ਬੜੇ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ, ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਲਵਿੰਦਰਪਾਲ ਸਿੰਘ ਜੀ ਬੁੱਟਰ ਅਤੇ ਵੱਡੇ ਮਹਾਂਪੁਰਸ਼ਾਂ ਦੇ ਕਹਿਣ ਤੋਂ ਭਾਵ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ ਅਤੇ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਸੁਰ ਸਿੰਘ ਵਾਲਿਆਂ ਦੀ ਸੰਗਤ ਕਰਨ ਵਾਲੇ ਸਤਿਕਾਰਯੋਗ ਬਾਬਾ ਹਰਭਜਨ ਸਿੰਘ ਜੀ ਉਰਫ ਗਿਆਨੀ ਮਹਾਂ ਸਿੰਘ ਜੀ, ਉਹਨਾਂ ਦੱਸਿਆ ਕਿ ਦਾਸ ਨੇ ਸੰਤਾਂ ਨੂੰ ਬੇਨਤੀ ਕੀਤੀ ਜਾ ਕੇ ਕਿ ਮਹਾਂਪੁਰਸ਼ੋ, ਜਾਂ ਤਾਂ ਮੈਨੂੰ ਸ਼ਹੀਦੀ ਦਾ ਵਰ ਦਿਓ ਜਾਂ ਮੈਨੂੰ ਨਾਮ ਜਪਣ ਦਾ ਵਰ ਦਿਓ, ਦੋਵਾਂ 'ਚੋਂ ਇੱਕ ਬੰਨੇ ਮੈਨੂੰ ਲਾਓ, ਹੋਰ ਮੈਂ ਤੀਸਰਾ ਕੰਮ ਨਹੀਂ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ। ਤਾਂ ਮਹਾਂਪੁਰਖਾਂ ਨੇ ਮੇਰੇ ਮਸਤਕ ਵੱਲ ਦੇਖਿਆ ਅਤੇ ਕਹਿਣ ਲੱਗੇ ਤੁਸੀਂ ਮੂਲ ਮੰਤਰ ਦਾ ਜਾਪ ਕਰਿਆ ਕਰੋ ਔਰ ਨਾਲ ਨਾਲ ਇਸ ਪਵਿੱਤਰ ਸ਼ਬਦ ਦਾ ਜਾਪ ਕਰਿਆ ਕਰੋ। ਤਾਂ ਸੰਤ ਮਹਾਂਪੁਰਸ਼ ਨੇ ਇਹ ਸ਼ਬਦ ਦਾ ਜਾਪ ਦੱਸਿਆ ਸੀ, ਗੌੜੀ ਮਹੱਲਾ ਪੰਜਵਾ, ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹਾ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਮਹਾਂਪੁਰਸ਼ਾਂ ਨੇ ਇਸ ਜਾਪ ਦੇ ਵਿੱਚ ਲਾ ਦਿੱਤਾ ਕਿ ਮੂਲ ਮੰਤਰ ਤੇ ਇਸ ਸ਼ਬਦ ਦਾ ਅਭਿਆਸ ਕਰਿਆ ਕਰੋ। ਸੋ ਉਹਨਾਂ ਗੁਰਮੁਖਾਂ ਦੀ ਗਵਾਹੀ ਵੀ ਹੈ, ਜਿਹੜੇ ਗਿਆਨੀ ਮਹਾਂ ਸਿੰਘ ਜੀ ਜਿਨ੍ਹਾਂ ਦਾ ਬਚਨ ਆਪ ਜੀ ਨੂੰ ਸੁਣਾਇਆ, ਉਹ ਇਸ ਟਾਈਮ ਜਰਮਨ ਦੇ ਵਿੱਚ ਰਹਿ ਰਹੇ ਨੇ ਔਰ ਸਰੀਰ ਕਰਕੇ ਵੀ ਹਾਜ਼ਰ ਹਨ। ਉਹਨਾਂ ਨੂੰ ਵੀ ਕੋਈ ਸਿੱਖ ਜਾ ਕੇ ਭਾਵੇਂ ਪੁੱਛ ਸਕਦਾ ਹੈ। ਗਿਆਨੀ ਪਲਵਿੰਦਰਪਾਲ ਸਿੰਘ ਜੀ ਬੁੱਟਰ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਮਹਾਂਪੁਰਖਾਂ ਵੇਲੇ ਜਦੋਂ ਮੋਰਚਾ ਜ਼ੋਰ ਸ਼ੋਰ ਦੇ ਨਾਲ ਆਰੰਭ ਹੋ ਗਿਆ, ਚੱਲ ਪਿਆ, ਤਾਂ ਸ੍ਰੀ ਗੁਰੂ ਨਾਨਕ ਨਿਵਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਕਮਰਾ ਖਾਲੀ ਕਰਵਾ ਕੇ ਉਹਦੇ ਵਿੱਚ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਇਸ ਪਵਿੱਤਰ ਸ਼ਬਦਾਂ ਅਤੇ ਮੂਲ ਮੰਤਰ ਦਾ ਜਾਪ ਸੰਤਾਂ ਨੇ ਸ਼ਹੀਦ ਹੋਣ ਤੱਕ ਆਪਣੇ ਸਮੇਂ ਦੇ ਵਿੱਚ ਕਰਵਾਇਆ। ਸੋ ਬੇਨਤੀ ਇਹ ਹੈ ਕਿ ਜਦੋਂ ਆਪਾਂ ਕਿਸੇ ਦੀ ਗੱਲ ਮੰਨਣੀ ਹੈ, ਗੱਲ ਸੁਣਨੀ ਹੈ, ਜਾਂ ਕਿਸੇ ਦੀ ਐਗਜ਼ੈਂਪਲ ਦਿੰਦੇ ਹਾਂ, ਉਦਾਹਰਣ ਦਿੰਦੇ ਹਾਂ, ਤਾਂ ਉੱਥੇ ਸਾਨੂੰ ਦੇਖਣਾ ਚਾਹੀਦਾ ਕਿ ਇਹ ਕਿਹਦੀ ਉਦਾਹਰਣ ਦੇ ਰਿਹਾ ਹੈ। ਜਿਹਦੀ ਉਦਾਹਰਣ ਦੇ ਰਿਹਾ ਉਹਨੇ ਕੌਮ ਵਾਸਤੇ ਤਨ ਮਨ ਧਨ ਵਾਰਿਆ ਹੈ ਕਿ ਨਹੀਂ ਵਾਰਿਆ, ਉਹਨੇ ਕੋਈ ਨਾਮ ਦੀ ਕਮਾਈ ਕੀਤੀ ਹੈ, ਸੇਵਾ ਕੀਤੀ ਹੈ ਕਿ ਨਹੀਂ ਕੀਤੀ ਹੈ।
ਕਿਉਂਕਿ ਗੁਰਬਾਣੀ ਮੁਤਾਬਕ ਤਾਂ ਸਿਰਫ ਤੇ ਸਿਰਫ ਪਰਮਾਤਮਾ ਦੇ ਪਿਆਰਿਆਂ ਦੀ ਉਦਾਹਰਣ ਹੀ ਮੰਨਣੀ ਚਾਹੀਦੀ ਹੈ। ਜਿਵੇਂ ਸਤਿਗੁਰੂ ਜੀ ਨੂੰ ਗੁਰਬਾਣੀ ਦੇ ਵਿੱਚ ਕਿਸੇ ਨੇ ਸਵਾਲ ਕੀਤਾ ਕਿ ਮਹਾਰਾਜ ਨਾਮ ਕਿਸ ਤਰ੍ਹਾਂ ਜਪਣਾ ਚਾਹੀਦਾ ਹੈ, ਤਾਂ ਸਤਿਗੁਰੂ ਜੀ ਨੇ ਉੱਥੇ ਕਿਸੇ ਵੀ ਵਿਦਵਾਨ ਦੀ ਉਦਾਹਰਣ ਨਹੀਂ ਦਿੱਤੀ, ਸਗੋਂ ਉਮਰ ਦੇ ਵਿੱਚ ਬਹੁਤ ਹੀ ਛੋਟੇ ਜਿਹੜੇ ਪਰਮਾਤਮਾ ਦੇ ਪਿਆਰੇ ਭਗਤ ਹੋਏ ਨੇ ਉਹਨਾਂ ਦੀ ਉਦਾਹਰਣ ਦਿੱਤੀ ਹੈ। ਕਿਸੇ ਕਾਂਸ਼ੀ ਦੇ ਪੰਡਤ ਦੀ ਉਦਾਹਰਣ ਨਹੀਂ ਦਿੱਤੀ, ਕਿਸੇ ਫੋਕੇ ਗੁਣੀ ਗਿਆਨੀ ਵਿਦਵਾਨ ਦੀ ਉਦਾਹਰਣ ਨਹੀਂ ਦਿੱਤੀ, ਕਿਸੇ ਯੋਗੀ ਦੀ ਉਦਾਹਰਣ ਨਹੀਂ ਦਿੱਤੀ, ਕਿਸੇ ਬਜ਼ੁਰਗ ਦੀ ਉਦਾਹਰਣ ਨਹੀਂ ਦਿੱਤੀ, ਸਗੋਂ ਬੱਚਿਆਂ ਦੀ ਉਦਾਹਰਣ ਦਿੱਤੀ। ਤੇ ਕੀ ਆਖਿਆ? ਕਬੀਰ ਸਾਹਿਬ ਦਾ ਪਵਿੱਤਰ ਸ਼ਬਦ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪਰਮਾਤਮਾ ਦਾ ਨਾਮ ਇਸ ਤਰ੍ਹਾਂ ਜਪੋ ਜਿਵੇਂ ਭਗਤ ਪ੍ਰਹਿਲਾਦ ਜੀ ਨੇ ਜਪਿਆ, ਨਿਰਛਲ ਹੋ ਕੇ ਪ੍ਰੇਮ ਨਾਲ, ਤੇ ਭਗਤ ਧਰੂ ਜੀ ਨੇ ਜਪਿਆ। ਸੋ ਗੁਰਬਾਣੀ ਮੁਤਾਬਕ ਉਦਾਹਰਣ ਉਹਨਾਂ ਦੀ ਮੰਨਣੀ ਚਾਹੀਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੋਵੇ ਜਾਂ ਕੌਮ ਵਾਸਤੇ ਧਰਮ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਹੋਵੇ। ਹੁਣ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਦੀ ਉਦਾਹਰਣ ਤੋਂ ਵੱਡੀ ਇਸ ਸਮੇਂ ਵਿੱਚ ਕੋਈ ਉਦਾਹਰਣ ਨਹੀਂ ਕਿ ਉਹ ਦੁੱਖ ਦੇ ਸਮੇਂ, ਤਕਲੀਫ ਦੇ ਸਮੇਂ ਕਿਹੜੇ ਸ਼ਬਦ ਦਾ ਜਾਪ ਕਰਵਾਉਂਦੇ ਹੁੰਦੇ ਸੀ।